ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਕਈ ਦਿਨਾਂ ਤੋਂ ਸੰਗਤ ਕਮੈਂਟ ਆ ਰਹੇ ਸੀ, ਪੁੱਛ ਰਹੇ ਸੀ। ਕਿਸੇ ਵੀਰ ਨੇ ਪੁੱਛਿਆ ਕਿ ਮੈਂ ਮੰਗਲੀਕ ਹਾਂ ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਇਹ ਮੰਗਲੀਕ ਦੋਸ਼ ਕਿਵੇਂ ਦੂਰ ਹੋਊਗਾ। ਅਤੇ ਫਿਰ ਸਾਡੀ ਟੀਮ ਨੇ ਸੋਚਿਆ ਵੀ ਹਰ ਕਿਸੇ ਨੂੰ ਕੋਈ ਨਾ ਕੋਈ ਸਮੱਸਿਆ ਤਾਂ ਹੁੰਦੀ ਹੈ, ਕਿਉਂ ਨਾ ਇੱਕ ਸਾਂਝੀ ਵੀਡੀਓ ਬਣਾ ਲਈ ਜਾਵੇ। ਜਿਵੇਂ ਕਿ ਹੋਰ ਵੀ ਕਈ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਮੰਨੇ ਜਾਂਦੇ ਆ, ਜਿਵੇਂ ਕਹਿ ਲਓ ਵੀ ਕਾਲ ਸਰਪ ਦੋਸ਼, ਜਾਂ ਕਹਿ ਸਕਦੇ ਵੀ ਪਿੱਤਰ ਦੋਸ਼, ਰਾਹੂ ਕੇਤੂ, ਸ਼ਨੀ ਦੋਸ਼, ਮੰਗਲੀਕ, ਮੰਗਲ ਦੋਸ਼ ਕਹਿ ਦਿੰਦੇ ਜਿਹਨੂੰ। ਕਹਿ ਲਓ ਵੀ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਦੋਸ਼ ਆ ਜਿਹੜੇ ਕੁੰਡਲੀ ਦੇ ਵਿੱਚ ਮੰਨੇ ਜਾਂਦੇ, ਜਾਂ ਕਹਿ ਲਓ ਵੀ ਆਪਾਂ ਜੇ ਸਿੱਧਾ ਕਹੀਏ ਵੀ ਕਿਸਮਤ ਖਰਾਬ ਆ, ਜਾਂ ਕੋਈ ਕਰਮਾਂ ਦੇ ਵਿੱਚ ਰੋਗ ਹੈ, ਜਾਂ ਕੋਈ ਕਿਸਮਤ ਦੇ ਵਿੱਚ ਰੋਗ ਆ ਜਾਂ ਦੋਸ਼ ਹੈ, ਕੋਈ ਵੀ ਚੀਜ਼ ਲਾ ਲਓ, ਕਿਸ ਤਰ੍ਹਾਂ ਵੀ ਲਾ ਲਓ। ਇਹ ਚੀਜ਼ਾਂ ਆਪਣੀ ਗੁਰਮਤਿ ਦੇ ਵਿੱਚ ਤਾਂ ਨਹੀਂ, ਪਰ ਜਦੋਂ ਕਿਸੇ ਨੂੰ ਕੋਈ ਗੰਭੀਰ ਸਮੱਸਿਆ ਬਣ ਜਾਂਦੀ ਹੈ, ਕੋਈ ਚੀਜ਼ ਵਿਸ਼ਾ ਜਦੋਂ ਗੰਭੀਰ ਹੋ ਜਾਵੇ ਤਾਂ ਫਿਰ ਉਹਦੇ ਉੱਤੇ ਬੰਦਾ ਗੰਭੀਰ ਹੋ ਜਾਂਦਾ। ਉਹ ਫਿਰ ਕਈ ਤਰ੍ਹਾਂ ਦੇ ਸਿਆਣਿਆਂ ਕੋਲੇ ਜਾਂ ਪੰਡਤਾਂ ਕੋਲੇ ਵੀ ਜਾ ਕੇ ਉਹਦਾ ਹੱਲ ਪੁੱਛਦਾ। ਪਰ ਗੁਰਮਤਿ ਦੇ ਵਿੱਚ ਵੀ ਜਿਹੜੀ ਹੈ ਇਸ ਚੀਜ਼ ਨੂੰ ਆਪਾਂ ਲੈ ਸਕਦੇ ਹਾਂ, ਗੁਰਮਤਿ ਦੁਆਰਾ ਵੀ ਇਸ ਦਾ ਮਸਲਾ ਹੱਲ ਹੋ ਸਕਦਾ। ਕੋਈ ਐਸੀ ਵੱਡੀ ਗੱਲ ਨਹੀਂ, ਸਿਰਫ ਜਾਣਕਾਰੀ ਦੀ ਜ਼ਰੂਰਤ ਹੈ। ਕੋਈ ਇਹਨਾਂ ਵਿਸ਼ਿਆਂ 'ਤੇ ਵਿਚਾਰ ਨਹੀਂ ਕਰਦਾ, ਆਪਾਂ ਇਹਨਾਂ ਦੀ ਕੇਵਲ ਵਿਆਖਿਆ ਕਰ ਰਹੇ, ਇਹਨਾਂ ਨੂੰ ਮੰਨ ਨਹੀਂ ਰਹੇ। ਸੋ ਇਸ ਵਾਸਤੇ ਅੱਜ ਆਪਾਂ ਇਹਨਾਂ ਵਿਸ਼ਿਆਂ ਦੇ ਉੱਤੇ ਵਿਚਾਰ ਕਰਨੀ ਹੈ। ਸੋ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਹ ਜਿਹੜੀ ਵੀਡੀਓ ਹੈ ਅਤੇ ਵਿਸ਼ਾ ਜਿਹੜਾ ਹੈ ਲੰਮਾ ਹੈ, ਥੋੜ੍ਹਾ ਟਾਈਮ ਵੱਧ ਲੱਗ ਸਕਦਾ। ਇਸ ਵਾਸਤੇ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਪੂਰਾ ਸੁਣਿਆ ਜੇ। ਜਿੰਨਾ ਚਿਰ ਵੀਡੀਓ ਨੂੰ ਐਂਡ ਤੱਕ ਪੂਰਾ ਸੁਣਦੇ ਨਹੀਂ, ਵੇਖਦੇ ਨਹੀਂ, ਫਿਰ ਸਾਡੀ ਜਿਹੜੀ ਹੈ ਉਨਾ ਚਿਰ ਗੱਲ ਕੋਈ ਵੀ ਸਮਝ ਵਿੱਚ ਨਹੀਂ ਆਉਣੀ। ਸੋ ਇਸ ਵਾਸਤੇ ਬੇਨਤੀ ਹੈ ਕਿ ਭਾਈ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਅਤੇ ਸੁਣਨਾ। ਸੋ ਗੱਲ ਕਰੀਏ ਕਿ ਜਿਵੇਂ ਕਈ ਕਹਿੰਦੇ ਕਿ ਮੇਰੀ ਕਿਸਮਤ ਖਰਾਬ ਹੈ, ਮੇਰੀ ਕਿਸਮਤ ਦੇ ਵਿੱਚ ਕੋਈ ਦੋਸ਼ ਹੈ ਜਾਂ ਕਰਮ ਰੋਗ ਹੈ, ਕੋਈ ਇਸ ਤਰ੍ਹਾਂ ਦਾ ਲਾ ਲਓ, ਕੁੰਡਲੀ ਦੇ ਵਿੱਚ ਦੋਸ਼ ਹੈ, ਜਾਂ ਕੋਈ ਮੰਗਲੀਕ ਹੈ, ਕਿਸੇ ਦਾ ਮੁੰਡੇ ਜਾਂ ਕੁੜੀ ਦਾ ਵਿਆਹ ਨਹੀਂ ਹੋ ਰਿਹਾ ਹੁੰਦਾ, ਤਾਂ ਉਹ ਵੀ ਪਰੇਸ਼ਾਨ ਹੋ ਜਾਂਦੇ। ਜਾਂ ਇੱਕ ਕਾਲ ਸਰਪ ਯੋਗ ਮੰਨਦੇ ਆ ਵੀ ਕਾਲ ਸਰਪ ਦੋਸ਼ ਆ ਕਿਸੇ ਦੀ ਕੁੰਡਲੀ ਦੇ ਵਿੱਚ, ਜਾਂ ਕੋਈ ਕਿਸੇ ਨੂੰ ਪਿੱਤਰ ਦੋਸ਼, ਜਾਂ ਕਹਿ ਲਓ ਵੀ ਕੋਈ ਆਪਣੇ ਘਰ ਪਰਿਵਾਰ ਦੇ ਵਿੱਚ ਵੱਡ ਵਡੇਰਾ ਮਰਿਆ ਹੁੰਦਾ ਅਤੇ ਉਹਦਾ ਮਤਲਬ ਕੋਈ ਆ ਕੇ ਪਰੇਸ਼ਾਨ ਕਰਦਾ ਹੋਵੇ, ਉਹਨੂੰ ਕਹਿ ਦਿੰਦੇ ਪਿੱਤਰ ਦੋਸ਼। ਜਾਂ ਕੋਈ ਰਾਹੂ ਕੇਤੂ, ਹੋਰ ਕੋਈ ਗ੍ਰਹਿਆਂ ਦਾ ਦੋਸ਼। ਇਸ ਤਰ੍ਹਾਂ ਦੇ ਇਹ ਕਈ ਤਰ੍ਹਾਂ ਦੇ ਦੋਸ਼ ਆ ਜਿਹੜੇ, ਜਿਵੇਂ ਕਹਿ ਲਓ ਸ਼ਨੀ ਦਾ। ਸੋ ਇਹ ਜਿਹੜੇ ਦੋਸ਼ ਹੈ ਇਹ ਆ ਕਰਕੇ ਕਿਉਂ ਲੱਗਦੇ, ਇਹਨਾਂ ਦਾ ਹੁਣ ਜਿਹੜਾ ਆਪਾਂ ਇਹਨਾਂ ਦੀ ਵਿਆਖਿਆ ਜਿਹੜੀ ਵਿਚਾਰ ਹੈ ਉਹ ਗੁਰਬਾਣੀ ਅਨੁਸਾਰ ਆਪਾਂ ਸਮਝਣਾ ਇਸ ਚੀਜ਼ ਨੂੰ, ਕਿਉਂਕਿ ਗੁਰਮਤਿ ਦੇ ਵਿੱਚ ਇਹ ਚੀਜ਼ਾਂ ਨਹੀਂ। ਇਹ ਜਦੋਂ ਬੰਦਾ ਕੋਈ ਕਿਸੇ ਨੂੰ ਕੋਈ ਕਾਫੀ ਲੰਮੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਪੈ ਜਾਂਦੀ ਹੈ, ਅਤੇ ਫਿਰ ਉਹ ਬੰਦਾ ਕਈ ਵਾਰੀ ਕਿਸੇ ਸਿਆਣੇ ਜਾਂ ਕਿਸੇ ਪੰਡਤ ਕੋਲ ਜਾਂਦਾ, ਅਤੇ ਉਦੋਂ ਫਿਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਦੱਸਦੇ ਆ, ਅਤੇ ਉਹ ਸੁਣ ਕੇ ਫਿਰ ਬੰਦਾ ਸੋਚਦਾ ਵੀ ਪਤਾ ਨਹੀਂ ਕੀ ਪ੍ਰੋਬਲਮ ਆ ਗਈ ਹੈ, ਕਿਸ ਤਰ੍ਹਾਂ ਦਾ ਦੋਸ਼ ਹੈ, ਹੁਣ ਇਹ ਕੀ ਕਰਾਂਗੇ, ਗੁਰਮਤਿ 'ਤੇ ਇਹ ਚੀਜ਼ਾਂ ਹੈ ਨਹੀਂ। ਸੋ ਆਓ ਆਪਾਂ ਹੁਣ ਇਹਨਾਂ ਦੇ ਉੱਤੇ ਵਿਚਾਰ ਕਰੀਏ ਵੀ ਇਹ ਜਿਹੜੇ ਦੋਸ਼ ਆ ਇਹ ਆ ਕਰਕੇ ਕਿਉਂ ਲੱਗਦੇ ਆ ਅਤੇ ਇਹ ਕਿਵੇਂ ਲੱਗਦੇ ਆ। ਸੋ ਇਸ ਦੇ ਉੱਪਰ ਸਾਧ ਸੰਗਤ ਜੀ ਜਿਹੜੀ ਗੁਰਬਾਣੀ ਆ, ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਵੀ ਜਿਹੜਾ ਪਿੱਤਰਾਂ ਬਾਰੇ, ਪਿੱਤਰ ਦੀ ਗੱਲ ਕੀਤੀ ਗਈ। ਮਹਾਰਾਜ ਜਿਵੇਂ ਕਥਾ ਆਪਣੇ ਗੁਰਬਾਣੀ ਅੰਦਰ ਕਥਨ ਕਰਦੇ ਆ, ਜੈਸ ਸਿਮਰਤ ਸਭ ਕਿਲ ਵਿਖ ਨਾਸਹਿ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪ ਹੋ, ਜਾ ਕਾ ਅੰਤ ਨਾ ਪਾਰੋ। ਕਿ ਭਾਈ ਜੇ ਤੂੰ ਉਸ ਪਰਮਾਤਮਾ ਦਾ ਸਿਮਰਨ ਕਰੇਂਗਾ ਅਤੇ ਤੇਰਾ ਜਿਹੜਾ ਹੈ ਸਾਰੇ ਪਾਪ ਕਿਲ ਵਿਖ ਉਹਨਾਂ ਦਾ ਨਾਸ ਨਹੀਂ ਹੋਊਗਾ, ਬਲਕਿ ਤੇਰੇ ਜਿਹੜੇ ਪਿੱਤਰ ਆ, ਭਾਵ ਤੇਰੇ ਵੱਡ ਵਡੇਰੇ ਜੋ ਇਸ ਸੰਸਾਰ ਤੋਂ ਚਲੇ ਗਏ, ਗੁਜ਼ਰ ਗਏ ਆ, ਉਹਨਾਂ ਦਾ ਵੀ ਉਧਾਰ ਹੋਏਗਾ। ਇਸ ਵਾਸਤੇ ਮਹਾਰਾਜ ਕਹਿੰਦੇ ਭਾਈ ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਹੁਣ ਗੱਲ ਕਰੀਏ ਵੀ ਇਹ ਜਿਹੜੇ ਦੋਸ਼ ਆ ਜੀਵਨ ਦੇ ਵਿੱਚ ਕਿਉਂ ਅਤੇ ਕਿਵੇਂ ਆ ਕਰਕੇ ਲੱਗ ਜਾਂਦੇ ਆ। ਇਹਨੂੰ ਸਮਝਣ ਤੋਂ ਪਹਿਲਾਂ ਸਾਨੂੰ ਜਿਹੜਾ ਹੈ ਇਸ ਚੀਜ਼ ਨੂੰ ਸਮਝਣਾ ਪਵੇਗਾ ਕਿ ਇਹ ਚੀਜ਼ ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਆਉਂਦੀ ਹੈ, ਕਿਸ ਤਰ੍ਹਾਂ ਇਹ ਸਾਡੇ ਅੰਦਰ ਹਾਲਾਤ ਇਹ ਕਿਵੇਂ ਪੈਦਾ ਹੋ ਜਾਂਦੇ।
ਸੋ ਸਾਧ ਸੰਗਤ ਜੀ, ਇਹ 4-5 ਪ੍ਰਕਾਰ ਦੇ ਜਿਹੜੇ ਕਰਮ ਨੇ, ਜਿਨ੍ਹਾਂ ਨੂੰ ਸ਼ਾਸਤਰਾਂ ਦੇ ਵਿੱਚ ਮੰਨਿਆ ਗਿਆ ਕਿ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਹੁਣ ਜਿਵੇਂ ਕਿਸੇ ਵਿਦਵਾਨ ਨੇ ਜਿਹੜਾ ਬੜੀ ਸੁੰਦਰ ਮਤਲਬ ਜਿਹੜਾ ਉਹਨੇ ਕਵਿਤਾ ਲਿਖੀ ਇਸ ਚੀਜ਼ ਦੇ ਉੱਤੇ, ਬੜੇ ਸੋਹਣੇ ਉਹਨੇ ਸੁੰਦਰ ਆਪਣੇ ਵਿਚਾਰ ਰੱਖੇ। ਉਹ ਕਹਿੰਦਾ, सीता के रखवाले राम थे, जब हरण हुआ तब कोई नहीं। द्रौपदी के 5 पांडव थे, जब चीर हरण हुआ तब कोई नहीं। दशरथ के 4 दुलारे थे, जब प्राण तजे कब तब कोई नहीं। रावण भी शक्तिशाली था, जब लंका जली तब कोई नहीं। ਹੁਣ ਅੱਗੇ ਉਹ ਕਹਿੰਦਾ अभिमन्यु भी राज दुलारे थे, जब चक्रव्यूह में फसे तब कोई नहीं। भी जो चक्रव्यूह ਦੇ ਵਿੱਚ ਉਹ ਫਸਿਆ ਤੇ ਉੱਥੇ ਵੀ ਉਹਦਾ ਕੋਈ ਸਹਾਈ ਨਹੀਂ ਹੋਇਆ। ਹੁਣ ਅੱਗੇ ਉਹ ਤੱਤ ਲਿਖਦਾ, ਨਿਚੋੜ ਕੱਢ ਕੇ ਉਹ ਕਹਿੰਦਾ, सच यही है दुनिया वालो, संसार में अपना कोई नहीं। जो लेख लिखे हैं कर्मों ने, उस लेख के आगे कोई नहीं। कि ਜਿਹੜੇ ਲੇਖ ਸਾਡੇ ਕਰਮਾਂ ਨੇ ਲਿਖੇ ਹੈ, ਉਹਨਾਂ ਤੋਂ ਅੱਗੇ ਕੋਈ ਵੀ ਭਾਵ ਲੇਖ ਨਹੀਂ, ਕੋਈ ਕਰਮ ਨਹੀਂ ਹੈ। ਇੱਥੇ ਆ ਕੇ ਜਿਹੜਾ ਹਰ ਸੰਸਾਰ ਦੀ ਜਿਹੜੀ ਆਪਣੀ ਦੁਨਿਆਵੀ ਵਿੱਦਿਆ ਹੈ, ਉਹ ਇੱਥੇ ਖਤਮ ਹੋ ਜਾਂਦੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਜਿਹੜੇ ਆ ਉਹ ਕਰਮਾਂ ਦੇ ਵਿਚਾਰ ਜਦੋਂ ਕਰਦੇ ਆ, ਤੇ ਮਹਾਰਾਜ ਪਾਤਸ਼ਾਹ ਜੀ ਕਥਨ ਕਰਦੇ, ਸਗਲ ਧਰਮ ਹੈ ਊਤਮ ਧਰਮ, ਕਰਮ ਕਰਤੂਤ ਕੈ ਉੱਪਰ ਕਰਮ। ਹੁਣ ਜਿਹੜੀ ਇਹ ਚੀਜ਼ ਆ, ਇਹਨੂੰ ਸਮਝਣ ਦੀ ਲੋੜ ਹੈ। ਮਹਾਰਾਜ ਕਥਨ ਕਰੀ ਜਾਂਦੇ ਆ ਕਿ ਕਰਮ ਕਰਤੂਤ ਕੇ ਉੱਪਰ ਕਰਮ, ਕਿ ਭਾਈ ਜਿਹੜੇ ਕਰਮ ਆ ਨਾ, ਇਹ ਕਰਤੂਤ ਤੋਂ ਉੱਪਰ ਵੀ ਜਿਹੜੇ ਕਰਮ ਨੇ, ਉਸ ਚੀਜ਼ ਨੂੰ ਸਮਝੀਏ ਕਿ ਜੇ ਅਸੀਂ ਸੰਸਾਰ ਦੇ ਵਿੱਚ ਜਿਹੜਾ ਜੀਵ ਹੈ ਉਹ ਕਰਮ ਕਰਨ ਵਾਸਤੇ ਹੈ। ਕਰਮ ਤਾਂ ਹਰ ਬੰਦਾ ਹੀ ਕਰਦਾ, ਕੋਈ ਕੁਛ ਤਰ੍ਹਾਂ ਦਾ ਕਰਮ ਕਰਦਾ, ਖੇਤੀਬਾੜੀ ਕਰਦਾ ਅਤੇ ਉਹ ਕਿਸਾਨੀ ਦੇ ਨਾਲ ਸੰਬੰਧਿਤ ਹੋ ਜਾਂਦੀ, ਕੋਈ ਵਪਾਰ ਕਰਦਾ ਹੈ, ਮਤਲਬ ਜਿੰਨੇ ਵੀ ਕੋਈ ਕਰਮ ਕਰਦਾ ਹੈ, ਕੋਈ ਹੋਰ ਦੁਕਾਨਦਾਰੀ ਕਰਦਾ, ਜਿੱਦਾਂ ਦਾ ਵੀ ਕੋਈ ਕਰਮ ਕਰਦਾ, ਅਤੇ ਉਹ ਫਿਰ ਜਿਸ ਤਰ੍ਹਾਂ ਦੇ ਕਰਮ ਕਰਦਾ, ਉਹਦਾ ਉਸ ਤਰ੍ਹਾਂ ਦਾ ਹੀ ਉਹਦਾ ਨਾਮ ਪੈ ਜਾਂਦਾ। ਉਹਨੂੰ ਕਹਿ ਦਿੰਦੇ, ਅਸੀਂ ਕਹਿ ਦਿੰਦੇ ਇਹ ਆ ਕਿਰੇਮਾਨ ਕਰਮ। ਹਰ ਬੰਦਾ ਹੀ ਜਿਹੜਾ ਹੈ, ਸਭ ਤੋਂ ਪਹਿਲੀ ਜਿਹੜੇ ਕਰਮ ਨੇ ਉਹਨਾਂ ਨੂੰ ਕਹਿੰਦੇ ਕਿਰੇਮਾਨ ਕਰਮ। ਉਹ ਸਾਰੇ ਜਿਹੜੇ ਅਸੀਂ ਜੀਵ ਕਰਮ ਕਰਦੇ ਹਾਂ, ਉਹਨਾਂ ਨੂੰ ਕਿਰੇਮਾਨ ਕਰਮ ਆਖਦੇ ਆ। ਉਸ ਤੋਂ ਅੱਗੇ ਜਿਹੜੇ ਦੂਜੀ ਕਿਸਮ ਦੇ ਕਰਮ ਆ, ਉਹਨਾਂ ਨੂੰ ਕਹਿੰਦੇ ਨੇ ਸਾਕਾਮ ਕਰਮ। ਜਿਵੇਂ ਕੋਈ ਵੀ ਬੰਦਾ ਜਿਹੜਾ ਉਹ ਸ਼ੁਭ ਕਰਮ ਜਿਹਨੂੰ ਕਹਿ ਦਿੰਦੇ ਸਕਾਮ ਕਰਮ, ਚੰਗੇ ਕਰਮ, ਭਾਵ ਕਿ ਕੋਈ ਬੰਦਾ ਸੇਵਾ ਭਗਤੀ ਪੂਜਾ ਪਾਠ ਕਰਦਾ ਅਤੇ ਉਹਦੇ ਬਦਲੇ ਕੋਈ ਇੱਛਾ ਰੱਖਦਾ ਕਿ ਮੈਨੂੰ ਆਹ ਚੀਜ਼ ਪ੍ਰਾਪਤ ਹੋਵੇ, ਉਹਨਾਂ ਕਰਮਾਂ ਨੂੰ ਕਿਹਾ ਜਾਂਦਾ ਸਾਕਾਮ ਕਰਮ। ਇੱਕ ਕਰਮ ਹੋਇਆ ਕਰਦੇ ਆ ਤੀਜੇ ਕਿਸਮ ਦੇ, ਉਹਨਾਂ ਨੂੰ ਕਹਿੰਦੇ ਆ ਨਿਸ਼ਕਾਮ ਕਰਮ। ਨਿਸ਼ਕਾਮ ਕਰਮ ਤੋਂ ਭਾਵ ਇਹ ਹੈ ਕਿ ਜਿਹੜੇ ਕਰਮ ਉਹ ਕਾਮਨਾ ਰਹਿਤ ਕੀਤੇ ਜਾਣ, ਜਿਨ੍ਹਾਂ ਦੇ ਵਿੱਚ ਕੋਈ ਇੱਛਾ ਨਾ ਹੋਵੇ। ਭਾਵ ਜਿਵੇਂ ਕਿ ਗੁਰਬਾਣੀ ਅੰਦਰ ਪਾਤਸ਼ਾਹ ਜੀ ਕਥਨ ਕਰਦੇ, ਸੇਵਾ ਕਰਤ ਹੋਏ ਨਿਸ਼ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜਾ ਤੇ ਬੰਦਾ ਨਿਸ਼ਕਾਮ ਕਰਮ ਕਰਦਾ ਹੈ, ਉਹ ਤਾਂ ਫਿਰ ਜਿਹੜਾ ਮੁਕਤ ਹੋ ਜਾਂਦਾ, ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ, ਅਭੇਦ ਹੋ ਜਾਂਦਾ। ਪਰ ਜੋ ਵੀ ਜਿਸ ਤਰ੍ਹਾਂ ਦੇ ਕੋਈ ਕਰਮ ਕਰਦਾ ਹੈ, ਉਹ ਫਿਰ ਜਦੋਂ ਕਰਮ ਜਿਹੜੇ ਇਕੱਠੇ ਕਰਕੇ ਲੈ ਜਾਂਦਾ ਹੈ, ਉਹਨਾਂ ਕਰਮਾਂ ਨੂੰ ਕਹਿੰਦੇ ਆ ਸੰਚਿਤ ਕਰਮ। ਉਸੇ ਸੰਚਿਤ ਕਰਮਾਂ ਤੋਂ ਹੀ ਫਿਰ ਜਿਹੜੀ ਹੈ ਸਾਧ ਸੰਗਤ ਜੀ, ਜਿਹੜੀ ਹੈ ਸਾਡੀ ਪਰੇ ਲਬਦ ਬਣਦੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਕਿਸਮਤ ਕਹਿ ਲਓ, ਕਰਮ ਕਹਿ ਲਓ, ਜਾਂ ਤੁਸੀਂ ਕੁੰਡਲੀ ਕਹਿ ਲਓ। ਜਿੱਦਾਂ ਵੀ ਕੋਈ ਆਪੋ ਆਪਣੀ ਧਰਮ ਦੇ ਵਿੱਚ, ਆਪੋ ਆਪਣੀ ਬੋਲੀ ਭਾਸ਼ਾ ਦੇ ਵਿੱਚ ਇਹਦੇ ਅਲੱਗ ਅਲੱਗ ਨਾਮ। ਪਰ ਹੁਣ ਇੱਕ ਚੀਜ਼ ਜਿਹੜੀ ਹੈ ਉਹ ਸਾਰੇ ਧਰਮਾਂ ਦੇ ਵਿੱਚ ਹੀ ਕਾਮਨ ਹੈ। ਉਹ ਕਿਹੜੀ ਹੈ ਕਿ ਪਰਮਾਤਮਾ ਜਿਹੜਾ ਉਹ ਕਿਸੇ ਵੀ ਜੀਵ ਦਾ ਧਰਮ ਉਹ ਨਹੀਂ ਵੇਖਦਾ, ਲੇਕਿਨ ਉਹ ਕਿਸੇ ਵੀ ਜਿਹੜਾ ਕੋਈ ਵੀ ਜੀਵ ਆ ਬੰਦਾ, ਉਹ ਉਹਦੇ ਕੇਵਲ ਅਤੇ ਕੇਵਲ ਕਰਮਾਂ ਦੀ ਵਸੀਅਤ ਵੇਖਦਾ ਵੀ ਇਹਨੇ ਕਰਮ ਕੀ ਕੀਤੇ ਆ। ਹੁਣ ਇਹਨਾਂ ਤੋਂ ਅੱਗੇ ਆ ਇੱਕ ਹੋਇਆ ਕਰਦੇ ਆ ਕਰਮ ਜਿਹੜੇ, ਉਹਨਾਂ ਨੂੰ ਕਹਿੰਦੇ ਆ ਪ੍ਰਾਸ਼ਚਿਤ ਕਰਮ। ਜਿਹੜੇ ਅਸੀਂ ਕੋਈ ਗੁਨਾਹ ਪਾਪ ਕੀਤੇ ਹੋਣ ਅਤੇ ਉਹਨਾਂ ਨੂੰ ਬਖਸ਼ਾਉਣ ਦੇ ਲਈ ਕਰਮ ਕਰਦੇ ਹਾਂ ਵੀ ਸਾਨੂੰ ਮਹਾਰਾਜ ਬਖਸ਼ ਲਓ, ਉਹਨਾਂ ਨੂੰ ਕਹਿੰਦੇ ਆ ਪ੍ਰਾਸ਼ਚਿਤ ਕਰਮ। ਅਤੇ ਇੱਕ 6ਵੀਂ ਕਿਸਮ ਦੇ ਕਰਮ ਵਿਦਵਾਨਾਂ ਨੇ ਮੰਨੇ ਆ, ਉਹਨਾਂ ਨੂੰ ਕਹਿੰਦੇ ਆ ਨਖਿੱਧ ਕਰਮ। ਆਪਾਂ ਜਿਹੜੀ ਗੱਲ ਕਰ ਰਹੇ ਸੀ, ਜਿਸ ਵਿਸ਼ੇ ਦੇ ਉੱਤੇ ਵਿਚਾਰ ਕਰ ਰਹੇ ਵੀ ਇਹ ਜਿਹੜੇ ਸਾਰੇ ਦੋਸ਼ ਆ,
ਇਹ ਕਿਉਂ ਆ ਕੇ ਲੱਗਦੇ ਆ? ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹੀ ਆ ਨਖਿੱਧ ਕਰਮ। ਹੁਣ ਜਿਨ੍ਹਾਂ ਕਰਮਾਂ ਨੂੰ ਕਰਨ ਤੋਂ ਕਹਿ ਲਓ ਵੀ ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ, ਜਿਵੇਂ ਕਹਿ ਲਓ ਵੀ ਪੁਰਾਣ ਨੇ, ਸ਼ਾਸਤਰ ਨੇ, ਇਸੇ ਤਰ੍ਹਾਂ ਵੇਦ ਨੇ, ਜਾਂ ਕਹਿ ਲਓ ਕਿਤਾਬਾਂ ਨੇ, ਜਾਂ ਕਹਿ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਮਤਲਬ ਮਾੜੇ ਕਰਮ ਤੋਂ ਰੋਕਦੇ ਆ ਸਾਰੇ ਹੀ। ਪਰ ਫਿਰ ਵੀ ਅਸੀਂ ਉਹ ਨਖਿੱਧ ਕਰਮ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਰੋਕਿਆ ਜਾਂਦਾ, ਫਿਰ ਵੀ ਅਸੀਂ ਉਹ ਕਰਮ ਕਰਦੇ ਹਾਂ। ਕਬੀਰ ਸਾਹਿਬ ਕਥਨ ਕਰਦੇ ਗੁਰਬਾਣੀ ਅੰਦਰ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਹੁਣ ਕਰਦਾ ਤੇ ਜੀਵ ਖੁਦ ਹੈ, ਲੇਕਿਨ ਉਹ ਕਹਿ ਦਿੰਦਾ ਕਿ ਜੋ ਕਰਾਉਂਦਾ ਰੱਬ ਕਰਾਉਂਦਾ। ਨਹੀਂ ਭਾਈ, ਪ੍ਰਮਾਤਮਾ ਨੇ ਸਾਨੂੰ ਜਿਹੜੀ ਬੁੱਧੀ ਬਖਸ਼ੀ ਹੈ, ਸਾਨੂੰ ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ। ਮਹਾਰਾਜ ਕਹਿੰਦੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਕਿ ਭਾਈ ਜੀਵ ਆਪਣੇ ਕਰਮ ਆਪ ਖੁਦ ਲਿਖ ਕਰਕੇ ਆਪਦੇ ਆਪ ਪੱਟੀ, ਆਪ ਕਲਮ ਆਪ ਉੱਪਰ ਲੇਖ ਭੇਜ ਤੂੰ। ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਜੇ ਜਪਜੀ ਸਾਹਿਬ ਦੇ ਵਿੱਚ ਵੀ ਅਸੀਂ ਜਿਹੜਾ ਐਂਡ 'ਤੇ ਜਿਹੜਾ ਅਸੀਂ ਪੜ੍ਹਦੇ ਹਾਂ ਸ਼ਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦਾਈ ਦਇਆ ਖੇਲੇ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸੋ ਇਸ ਵਾਸਤੇ ਇਹ ਹਨ ਸਾਧ ਸੰਗਤ ਜੀ ਕਰਮ। ਹੁਣ ਇਹਨਾਂ ਦੇ ਕਰਮਾਂ ਦੇ ਆਧਾਰ 'ਤੇ ਜਿਹੜੇ ਸਾਨੂੰ ਹੈ ਉਹ ਸਾਨੂੰ ਫਲ ਮਿਲਦਾ ਹੈ, ਜਿਹੜਾ ਅਸੀਂ ਕਰਮਾਂ ਦੇ ਰੂਪ ਦੇ ਵਿੱਚ ਭੋਗਦੇ ਹਾਂ। ਇਹ ਸੰਸਾਰ ਦੇ ਵਿੱਚ ਸਾਨੂੰ ਜਿਹੜਾ ਇਹ ਜੀਵਨ ਮਿਲਿਆ, ਮਨੁੱਖਾ ਜਨਮ, ਇਹ ਸਾਨੂੰ ਮਿਲਿਆ ਹੈ ਉਸ ਪਰਮਾਤਮਾ ਨੂੰ ਮਿਲਣ ਦੇ ਲਈ। ਪਰ ਹਰ ਬੰਦਾ ਪਰਮਾਤਮਾ ਨੂੰ ਮਿਲਦਾ ਨਹੀਂ। ਉਹ ਮੋਹ ਮਾਇਆ ਦੇ ਵਿੱਚ ਫਸ ਕੇ ਫਿਰ ਪਹਿਲਾਂ ਉਹ ਕਰਮ ਕਰ ਲੈਂਦਾ ਕੁਛ ਐਸੇ। ਹੁਣ ਕਈ ਬੰਦੇ ਕਹਿੰਦੇ ਜੀ ਅਸੀਂ ਤਾਂ ਇਸ ਜਨਮ ਦੇ ਵਿੱਚ ਕੋਈ ਮਾੜਾ ਕਰਮ ਨਹੀਂ ਕੀਤਾ, ਅਸੀਂ ਤਾਂ ਬਾਣੀ ਪੜ੍ਹਦੇ ਹਾਂ ਜਾਂ ਨਾਮ ਜਪਦੇ ਹਾਂ। ਮੰਨਦੇ ਹਾਂ ਸਾਧ ਸੰਗਤ ਜੀ ਇਹ ਗੱਲ ਕਿ ਕੋਈ ਬੰਦੇ ਨੇ ਅਸੀਂ ਐਸੇ ਕਰਮ ਇਸ ਜਨਮ ਦੇ ਵਿੱਚ ਨਹੀਂ ਕੀਤੇ, ਪਰ ਪਿਛਲੇ ਜਨਮ ਦੇ ਵਿੱਚ ਕੀਤੇ ਹੋਣਗੇ, ਉਸ ਤੋਂ ਪਿਛਲੇ ਜਨਮ ਦੇ ਵਿੱਚ ਕੀਤੇ ਹੋਣਗੇ। ਜਿਵੇਂ ਕਿ ਕਹਿ ਲਓ ਜਿਹੜਾ ਆਪਣਾ ਕੌਰਵਾਂ ਦਾ ਸੀਗਾ ਪਿਤਾ, ਇਸੇ ਤਰ੍ਹਾਂ ਉਹਨੇ ਕ੍ਰਿਸ਼ਨ ਨੂੰ ਕਿਹਾ ਕਿ ਮਹਾਰਾਜ ਤੁਸੀਂ ਤਾਂ ਪਰਮ ਗਿਆਨੀ ਹੋ, ਭੂਤ ਭਵਿੱਖ ਵਰਤਮਾਨ ਦੇ ਗਿਆਤਾ ਹੋ। ਅਤੇ ਉਹਨੇ ਕਿਹਾ ਕਿ ਮਹਾਰਾਜ ਮੈਂ ਪਿਛਲੇ 100 ਜਨਮ ਦੇ ਵਿੱਚ ਕੋਈ ਮਾੜਾ ਕੰਮ ਨਹੀਂ ਕੀਤਾ, ਅਤੇ ਫਿਰ ਵੀ ਮੇਰਾ ਜਿਹੜਾ ਉਹ ਪੁੱਤਰ ਮਾਰੇ ਗਏ ਆ, ਕਿਉਂ ਮਾਰੇ ਗਏ? ਅਤੇ ਫਿਰ ਉਸ ਸਮੇਂ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਹੇ ਧ੍ਰਿਤਰਾਸ਼ਟਰ, ਕਿ ਜਦੋਂ ਤੁਸੀਂ 100 ਜਨਮ ਤੋਂ ਪਿੱਛੇ ਜਾ ਕੇ ਵੇਖੋ, ਇੱਕ ਜਨਮ ਦੇ ਵਿੱਚ ਤੁਸੀਂ ਬਾਦਸ਼ਾਹ ਸੀ, ਜੰਗਲ ਦੇ ਵਿੱਚ ਸੀ, ਤੁਹਾਨੂੰ ਭੁੱਖ ਲੱਗੀ ਅਤੇ ਤੁਸੀਂ ਕਿਹਾ ਕਿ ਆਪਣੇ ਜਿਹੜੇ ਨਾਲ ਤੁਹਾਡੇ ਸਿਪਾਹੀ ਸੀ ਉਹਨਾਂ ਨੂੰ ਕਿਹਾ ਕਿ ਕੁਝ ਖਾਣ ਦਾ ਬੰਦੋਬਸਤ ਕਰੋ। ਅਤੇ ਉਹਨਾਂ ਨੇ ਫਿਰ ਜਿਹੜਾ ਸੀ ਇੱਕ ਕੂੰਜ ਦਾ ਬੱਚਾ ਉੱਥੇ ਲਿਆ ਕੇ ਭੁੰਨ ਕੇ ਖਵਾਇਆ ਅਤੇ ਤੁਹਾਨੂੰ ਸਵਾਦ ਲੱਗਾ। ਅਗਲੇ ਦਿਨ ਵੀ ਤੁਸੀਂ ਮੰਗ ਕੀਤੀ, ਇਸੇ ਤਰ੍ਹਾਂ ਤੁਸੀਂ ਰੋਜ਼ ਹੀ ਉਹ ਖਾਣ ਲੱਗ ਪਏ ਉਹ ਜਿਹੜਾ ਸੀਗਾ ਭੋਜਨ ਕੂੰਜ ਦੇ ਬੱਚੇ ਦਾ। ਇਸੇ ਤਰ੍ਹਾਂ ਉਹਨਾਂ ਨੇ 100 ਜਿਹੜਾ ਕੂੰਜ ਦਾ ਬੱਚਾ ਲਿਆ ਕੇ ਖਵਾਇਆ, ਅਤੇ ਉਹ ਫਿਰ ਇਸੇ ਤਰ੍ਹਾਂ ਉਹ ਜਦੋਂ ਤੁਸੀਂ ਖਾਧਾ ਅਤੇ ਉਹਦਾ ਤੁਹਾਨੂੰ ਫਲ ਜਿਹੜਾ ਅਸੀਂ ਇਸ ਜਨਮ ਦੇ ਵਿੱਚ ਆ ਕੇ ਭੁਗਤਣਾ ਪਿਆ। ਭਾਵ ਕਿ ਇਸੇ ਤਰ੍ਹਾਂ ਤੁਹਾਡਾ ਜਿਹੜਾ 100 ਪੁੱਤਰ ਸੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਗਿਆ ਅਤੇ ਤੁਹਾਨੂੰ ਇਸ ਚੀਜ਼ ਦਾ ਦੁੱਖ ਹੋਇਆ। ਅਤੇ ਜਿਹੜੇ ਤੁਸੀਂ ਨੇਤਰਹੀਣ ਹੋ, ਇਹਦਾ ਜਿਹੜਾ ਉਹ ਫਲ ਇਹ ਆ ਵੀ ਤੁਸੀਂ ਇਸ ਤੋਂ ਪਿੱਛੇ 107ਵੇਂ ਜਨਮ ਦੇ ਵਿੱਚ ਤੁਸੀਂ ਛੋਟੇ ਬਾਲਕ ਰੂਪ ਦੇ ਵਿੱਚ ਸੀ। ਉਸ ਸਮੇਂ ਤੁਸੀਂ ਖੇਡਦੇ ਸੀ, ਤੁਸੀਂ ਇੱਕ ਕਿੱਕਰ ਦੀ ਸੂਲ ਲੈ ਕਰਕੇ ਇੱਕ ਛੋਟੇ ਟਿੱਡੇ ਦੀਆਂ ਅੱਖਾਂ ਦੇ ਵਿੱਚ ਮਾਰਿਆ। ਜਦੋਂ ਟਿੱਡੇ ਦੀਆਂ ਦੋਵੇਂ ਅੱਖਾਂ ਤੁਸੀਂ ਅੰਨੀਆਂ ਕਰ ਦਿੱਤੀਆਂ, ਅਤੇ ਉਸ ਅੱਖਾਂ ਅੰਨੀਆਂ ਕਰਨ ਦਾ ਫਲ ਤੁਹਾਨੂੰ ਇਹ ਮਿਲਿਆ ਕਿ ਤੁਸੀਂ ਇਸ ਜਨਮ ਦੇ ਵਿੱਚ ਅੰਨੇ ਪੈਦਾ ਹੋਏ। ਇਸ ਵਾਸਤੇ ਤੁਹਾਡੇ ਤੋਂ ਪਰਮਾਤਮਾ ਨੇ ਜਿਹੜੀ ਸੀ ਉਹ ਅੱਖਾਂ ਦੀ ਜੋਤ ਖੋਹ ਲਈ। ਹੁਣ ਸਾਧ ਸੰਗਤ ਜੀ ਇਹ ਜਿਹੜੇ ਨਖਿੱਧ ਕਰਮ ਜੀਵ ਕਰਦਾ ਹੈ, ਇਹ ਨਖਿੱਧ ਕਰਮ ਕਰਨ ਕਰਕੇ ਫਿਰ ਜਿਹੜੀ ਸਾਨੂੰ ਸਜ਼ਾ ਮਿਲਦੀ ਹੈ, ਜਿਨ੍ਹਾਂ ਨੂੰ ਪੰਡਤਾਂ ਦੀ ਭਾਸ਼ਾ ਦੇ ਵਿੱਚ ਕਹਿ ਲਓ ਕਿ ਹਿੰਦੂ ਮਤ ਅਨੁਸਾਰ ਉਹ ਕਹਿ ਦਿੰਦੇ ਵੀ ਕੁੰਡਲੀ ਦੇ ਵਿੱਚ ਦੋਸ਼ ਹੈ, ਜਾਂ ਅਸੀਂ ਕਹਿ ਲਓ ਵੀ ਪੰਜਾਬੀ ਭਾਸ਼ਾ ਦੇ ਵਿੱਚ ਗੁਰਮਤਿ ਅਨੁਸਾਰ ਕਹੀਏ ਵੀ ਬੰਦੇ ਨੂੰ ਕਰਮਾਂ ਦਾ ਰੋਗ ਲੱਗ ਗਿਆ, ਕਰਮਾਂ ਦੇ ਵਿੱਚ ਦੋਸ਼ ਆ ਗਿਆ, ਜਾਂ ਕਹਿ ਲਓ ਕਿਸਮਤ ਖਰਾਬ ਹੋ ਗਈ। ਹੁਣ ਜਿਵੇਂ ਭਾਵੇਂ ਕਹਿ ਲਓ ਵੀ ਕਾਲ ਸਰਪ ਦੋਸ਼ ਆ ਜਿਹਨੂੰ ਕਹਿੰਦੇ ਆ, ਉਹ ਵੀ ਇੱਕ ਪਾਪ ਕਰਮਾਂ ਦਾ ਫਲ ਹੀ ਹੈ ਜਿਹੜਾ ਜੀਵ ਨੂੰ ਆ ਕਰਕੇ ਲੱਗਦਾ ਅਤੇ ਮਿਲਦਾ। ਹੁਣ ਭਾਵੇਂ ਸ਼ਨੀ ਦੋਸ਼ ਹੋਵੇ ਅਤੇ ਭਾਵੇਂ ਕੋਈ ਕਿਸੇ ਨੂੰ ਆ ਕਰਕੇ ਪਿੱਤਰ ਦੋਸ਼ ਲੱਗ ਜਾਵੇ, ਇਹ ਸਾਰੇ ਜਿੰਨੇ ਵੀ ਦੋਸ਼ ਨੇ ਇਹ ਸਾਨੂੰ ਸਾਧ ਸੰਗਤ ਜੀ ਕੇਵਲ ਸਾਡੇ ਕੀਤੇ ਹੋਏ ਕਰਮਾਂ ਕਰਕੇ ਲੱਗਦੇ ਆ।
ਤੇ ਗੁਰਬਾਣੀ ਨੇ ਇੱਕੋ ਹੀ ਗੱਲ ਸਾਨੂੰ ਸਮਝਾਈ ਕਿ ਭਾਈ ਤੁਸੀਂ ਆਪਣਾ ਜਿਹੜਾ ਕਰਮ ਹੈ ਉਹਨੂੰ ਸ਼ੁੱਧ ਕਰ ਲਓ। ਇਸ ਕਰਕੇ ਪਾਤਸ਼ਾਹ ਜੀ ਕਥਨ ਕਰਦੇ ਆ, ਮਹਾਰਾਜ ਜਿਹੜਾ ਗੁਰਬਾਣੀ ਦੇ ਅੰਦਰ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਂਦੇ ਆ ਕਿ ਭਾਈ ਤੁਸੀਂ ਆਪਦਾ ਜਿਹੜਾ ਕਰਮ ਹੈ ਉਹ ਸ਼ੁੱਧ ਕਰ ਲਵੋ, ਬਸ ਉਹਦੇ ਨਾਲ ਹੀ ਜਿਹੜਾ ਤੁਹਾਡਾ ਮਸਲਾ ਹੱਲ ਹੋ ਜਾਊਗਾ। ਜਿਵੇਂ ਅਸੀਂ ਕਹਿ ਲਓ ਮਹਾਰਾਜ ਨੇ ਕਥਨ ਕਰ ਦਿੱਤਾ ਕਿ ਸਗਲ ਧਰਮ ਹੈ ਊਤਮ ਧਰਮ, ਕਰਮ ਕਰਤੂਤ ਕੈ ਉੱਪਰ ਕਰਮ। ਕਿ ਭਾਈ ਪਰਮਾਤਮਾ ਜਿਹੜਾ ਕਿਸੇ ਦੇ ਵੀ ਜਿਹੜੇ ਹੈ ਉਹ ਧਰਮ ਨਹੀਂ ਵੇਖਦਾ, ਉਹ ਕੇਵਲ ਕੀਤੇ ਹੋਏ ਕਰਮ ਵੇਖਦਾ ਹੈ। ਹੁਣ ਹਰ ਧਰਮ ਦੇ ਜਿਹੜੇ ਆਪੋ ਆਪਣੇ ਕਾਇਦੇ ਕਾਨੂੰਨ ਹੈ, ਮਰਿਆਦਾ ਹੈ, ਉਹਨੂੰ ਜਿਹੜਾ ਹੈ ਉਹਨੂੰ ਮਾੜੇ ਕਰਮ ਤੋਂ ਰੋਕਦੇ, ਭਾਈ ਆਹ ਤੂੰ ਨਹੀਂ ਕਰਨਾ, ਪਰ ਫਿਰ ਵੀ ਅਸੀਂ ਕਰਦੇ ਹਾਂ। ਜਦੋਂ ਫਿਰ ਅਸੀਂ ਕਰਦੇ ਹਾਂ, ਕਰਨ ਤੋਂ ਬਾਅਦ ਫਿਰ ਸਾਨੂੰ ਜਿਹੜੀ ਉਹ ਸਜ਼ਾ ਮਿਲਦੀ ਹੈ। ਜਦੋਂ ਅਸੀਂ ਸਜ਼ਾ ਮਿਲਦੀ ਹੈ ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਨੇ ਸਾਡੇ ਨਾਲ ਜਿਹੜਾ ਹੈ ਉਹ ਧਰੋ ਕਮਾਇਆ ਹੈ। ਅਤੇ ਮਹਾਰਾਜ ਤੇ ਸਾਨੂੰ ਜਿਹੜਾ ਗੁਰਬਾਣੀ ਅੰਦਰ ਪਾਤਸ਼ਾਹੀ ਅਤੇ ਸਰਬ ਸਾਂਝਾ ਉਪਦੇਸ਼ ਦਿੰਦੇ ਆ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ ਚੌਂ ਵਰਨਾ ਕੋ ਸਾਂਝਾ। ਪਾਤਸ਼ਾਹ ਜੀ ਕਥਨ ਕਰਦੇ ਕਿ ਭਾਈ ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕਉ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਪਰ ਬੰਦਾ ਜਿਹੜਾ ਉਹ ਗੁਰੂ ਵਾਲਾ ਬਣਦਾ ਨਹੀਂ ਅਤੇ ਉਹ ਆਪਣੇ ਕਰਮ ਸ਼ੁੱਧ ਨਹੀਂ ਕਰਦਾ, ਆਪਣੀਆਂ ਮਨ ਮਰਜ਼ੀਆਂ ਕਰਦਾ, ਮਨ ਦੇ ਪਿੱਛੇ ਲੱਗ ਕੇ ਫਿਰ ਜਦੋਂ ਮਾੜੇ ਕਰਮ ਕਮਾਉਂਦਾ ਅਤੇ ਫਿਰ ਸਾਨੂੰ ਜਿਹੜਾ ਉਹਦਾ ਫਲ ਭੁਗਤਣਾ ਪੈਂਦਾ। ਅਤੇ ਹੁਣ ਆਪਾਂ ਇਹ ਵਿਚਾਰ ਕਰੀਏ ਗੁਰਮਤਿ ਅਨੁਸਾਰ, ਗੁਰਬਾਣੀ ਅਨੁਸਾਰ ਇਹ ਜਿਹੜੇ ਜਿੰਨੇ ਵੀ ਦੋਸ਼ ਨੇ ਇਹਨਾਂ ਦਾ ਮਸਲਾ ਕਿਵੇਂ ਹੱਲ ਹੋਊਗਾ। ਸੋ ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਜਿਹੜਾ ਹੈ ਦਾਸ ਨੇ ਅੱਗੇ ਵੀ ਇਹਨਾਂ ਦੇ ਉੱਤੇ ਚੀਜ਼ਾਂ ਦੇ ਉੱਤੇ ਵੀਡੀਓ ਬਣਾ ਕਰਕੇ ਪਾਈ ਹੋਈ ਹੈ। ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਵੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਜੀਆਂ ਨੇ ਆਦਿ ਵਿਆਧੀ ਅਤੇ ਉਪਾਧੀ ਦਾ ਦੋਸ਼ ਨਿਵਾਰਨ ਕਰਨ ਵਾਸਤੇ ਜਿਹੜਾ ਹੈ ਸਾਧ ਸੰਗਤ ਜੀ ਗੁਰਬਾਣੀ ਅੰਦਰ ਉਹ ਜਿਹੜਾ 10ਵੇਂ ਦੇ ਵਿੱਚ ਹੈ ਉਹ ਸ਼ਬਦ ਦਾਸ ਨੇ ਪਹਿਲਾਂ ਹੀ ਵੀਡੀਓ ਬਣਾ ਕੇ ਪਾਈ ਹੋਈ ਹੈ। ਤੁਸੀਂ ਜਾ ਕਰਕੇ ਪਲੇ ਲਿਸਟ ਦੇ ਵਿੱਚ ਵੇਖ ਸਕਦੇ ਆ, ਜਿੱਥੇ ਸੰਕਟ ਮੋਚਨ ਸ਼ਬਦ ਗੁਰਬਾਣੀ ਆਉਂਦੇ ਆ ਉਹਨਾਂ ਦੇ ਵਿੱਚ ਇਹ ਜਿਹੜੀ ਪਾਈ ਹੋਈ ਇਸ ਚੀਜ਼ ਦੇ ਉੱਤੇ ਵੀਡੀਓ। ਪਰ ਫਿਰ ਹੁਣ ਜਿਹੜਾ ਆਪਾਂ ਇਸ ਚੀਜ਼ ਦੇ ਉੱਤੇ ਆਪ ਜੀ ਨੂੰ ਫਿਰ ਦੁਬਾਰਾ ਆਪਾਂ ਸਾਂਝੀ ਕਰ ਦਿੰਦੇ ਹਾਂ। ਸੋ ਉਹਦੇ ਵਾਸਤੇ ਸਾਧ ਸੰਗਤ ਜੀ ਜਿਵੇਂ ਕਿ ਸਹਿ ਸਕ੍ਰਿਤੀ ਦੇ ਅੰਦਰ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਹੈ ਬੜਾ ਹੀ ਸੁੰਦਰ ਜਿਹੜਾ ਸ਼ਬਦ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੋਇਆ ਹੈ। ਜਿਵੇਂ ਕਿ ਰੱਖਿਆ ਦੇ ਸ਼ਬਦ ਕਹਿ ਲਓ, ਉਹਨਾਂ ਦੇ ਵਿੱਚ ਵੀ ਇਹ ਸ਼ਬਦ ਆਉਂਦਾ, ਘੋਰ ਦੁੱਖੰ ਅਣਕ ਹੱਤਿਅੰ ਜਨਮ ਦਰਿਦਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਘੋਰ ਦੁੱਖਾਂ ਤੋਂ ਭਾਵ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਘੋਰ ਦੁੱਖ ਹੋਣ। ਇੱਕ ਤਾਂ ਦੁੱਖ ਹੁੰਦਾ ਵੀ ਘੋਰ ਬਹੁਤ ਵੱਡੇ ਦੁੱਖ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਦੋਸ਼, ਜਿਨ੍ਹਾਂ ਨੂੰ ਪੰਡਤਾਂ ਦੀ ਭਾਸ਼ਾ ਦੇ ਵਿੱਚ ਉਹ ਕਹਿੰਦੇ ਵੀ ਇਹ ਬਹੁਤ ਵੱਡੇ ਦੋਸ਼ ਆ। ਅਤੇ ਮਹਾਰਾਜ ਕਹਿੰਦੇ ਘੋਰ ਦੁੱਖ ਵੀ ਤੇਰੇ 'ਤੇ ਕਿੰਨੇ ਕੁ ਦੁੱਖ ਕਿੰਨੇ ਕੁ ਤੂੰ ਹੱਤਿਆ ਕੀਤੀ, ਇੱਕ ਬੰਦਾ ਮਾਰਿਆ, 100 ਪਿਛਲੇ ਜਨਮਾਂ 'ਚ ਕਿੰਨੇ ਕੁ ਤੂੰ ਪਾਪ ਕੀਤੇ ਆ, ਗੁਨਾਹ ਕੀਤੇ ਆ। ਜਨਮ ਦਰਿਦਨ ਕਿ ਤੂੰ ਭਾਵ ਜਨਮ ਦਾ ਹੀ ਦਲਿਦਰੀ ਹੈ। ਤੇਰੇ ਘਰ ਦੇ ਵਿੱਚ ਜਿਹੜਾ ਹੈ ਧਨ ਦਾ ਦੋਸ਼ ਲੱਗਾ, ਭਾਵ ਕਿ ਤੇਰੇ ਘਰ ਦੇ ਵਿੱਚ ਧਨ ਨਹੀਂ ਠਹਿਰਦਾ। ਅਤੇ ਮਹਾਰਾਜ ਕਹਿੰਦੇ ਮਹਾ ਵਿਖਿਆਤ ਬਹੁਤ ਵੱਡੇ ਵੱਡੇ ਜਿਹੜੇ ਤੇਰੇ ਜੀਵਨ ਦੇ ਵਿੱਚ ਜਿਹਨਾਂ ਨੂੰ ਅਸੀਂ ਕਹਿ ਦਿੰਦੇ ਅਗਨ ਵਿਗਨ। ਅਤੇ ਮਹਾਰਾਜ ਕਹਿੰਦੇ ਨਹੀਂ ਭਾਈ ਡਰਨ ਦੀ ਲੋੜ ਨਹੀਂ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਹੁਣ ਲੱਕੜਾਂ ਕਿੰਨੀਆਂ ਵੀ ਹੋਣ, ਕੁਆਂਟਲ ਹੋਣ ਜਾਂ 10 ਕੁਆਂਟਲ ਹੋਣ, ਕਿੰਨੇ ਮਰਜ਼ੀ ਉਹ ਲੱਕੜਾਂ ਹੋਣ, ਪਰ ਉਹਨਾਂ ਨੂੰ ਸਾੜਨ ਵਾਸਤੇ ਜਿਹੜੀ ਅੱਗ ਜਦੋਂ ਬਾਲਦੇ ਇੱਕ ਛੋਟੀ ਜਿਹੀ ਤੀਲੀ ਜਿਹੜੀ ਹੈ ਉਹ ਸਾੜ ਕੇ ਜਦੋਂ ਅੱਗ ਲਾਉਣੀ ਲੱਕੜਾਂ ਨੂੰ, ਤਾਂ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ। ਮਹਾਰਾਜ ਕਹਿੰਦੇ ਮਿਟੰਤ ਸਗਲ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਧ। ਉਹ ਸਾਰੀਆਂ ਲੱਕੜਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ। ਇਸੇ ਤਰ੍ਹਾਂ ਜਿਹੜਾ ਨਾਮ ਦਾ ਇੱਕ ਕਿਣਕਾ ਵੀ ਜਦੋਂ ਬੰਦਾ ਕੋਈ ਹਿਰਦੇ ਦੇ ਵਿੱਚ ਵਸਾ ਲੈਂਦਾ, ਅਤੇ ਮਹਾਰਾਜ ਕਹਿੰਦੇ ਇਹ ਕਿਣਕਾ ਜਿਹ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਤੁਸੀਂ ਇਸ ਸ਼ਬਦ ਦਾ ਵੀ ਜਾਪ ਕਰਕੇ ਜਿਹੜਾ ਆਪਣੇ ਇਹ ਸਾਰੇ ਜਿੰਨੇ ਵੀ ਦੋਸ਼ ਆ, ਜਿੰਨੇ ਵੀ ਇਹ ਜਿਹੜੇ ਜੀਵਨ ਦੇ ਵਿੱਚ ਦੁੱਖ ਨੇ, ਇਹਨਾਂ ਸਾਰਿਆਂ ਤੋਂ ਜਿਹੜੇ ਸਾਰੇ ਦੋਸ਼ ਦੂਰ ਹੋ ਜਾਣਗੇ ਅਤੇ ਮਹਾਰਾਜ ਚੜ੍ਹਦੀ ਕਲਾ ਕਰਨਗੇ। ਅਤੇ ਦੂਜਾ ਜਿਹੜਾ ਸ਼ਬਦ ਹੈ ਉਹ ਹੈਗਾ ਆਪਣਾ ਜਾਪ ਸਾਹਿਬ ਦੇ ਵਿੱਚ 10ਵੇਂ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਉਚਾਰਨ ਕੀਤਾ, ਕਹਿ ਲਓ ਉਹਨੂੰ ਗਾਇਤਰੀ ਮੰਤਰ ਵੀ ਕਹਿ ਸਕਦੇ ਹਾਂ। ਉਹ ਹੈ ਚਾਚਰੀ ਸ਼ਬਦ ਤੋਇ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਘਰਿਯੰ ਨਿਰਨਾਮੇ ਅਕਾਮੇ। ਇਹ ਸ਼ਬਦ ਦਾ ਜਾਪ ਕਰਨ ਦੇ ਨਾਲ ਵੀ ਜਿਹੜੇ ਜੀਵਨ ਦੇ ਵਿੱਚ ਆਦਿ ਵਿਆਧੀ ਉਪਾਧੀ ਦੋਸ਼ ਹੈ, ਜਿਨ੍ਹਾਂ ਨੂੰ ਅਸੀਂ ਆਪਾਂ ਹੁਣੇ ਗੱਲ ਕੀਤੀ, ਜ਼ਿਕਰ ਕੀਤਾ, ਜਿਵੇਂ ਕਹਿ ਲਓ ਵੀ ਕੋਈ ਕਹਿੰਦਾ ਵੀ ਮੈਂ ਮੰਗਲੀਕ ਆ, ਮੇਰਾ ਵਿਆਹ ਨਹੀਂ ਹੁੰਦਾ, ਜਾਂ ਲੜਕੀ ਕਹਿ ਲਓ ਲੜਕਾ ਹੋਏ,
ਕੋਈ ਕੁੰਡਲੀ ਦੇ ਵਿੱਚ ਦੋਸ਼ ਹੈ, ਜਾਂ ਕਹਿ ਲਓ ਵੀ ਕੋਈ ਕਹਿੰਦਾ ਕਾਲ ਸਰਪ ਦੋਸ਼ ਹੈ, ਜਾਂ ਕਿਸੇ ਦੇ ਜੀਵਨ ਦੇ ਵਿੱਚ ਪਿੱਤਰ ਦੋਸ਼ ਹੈ, ਜਾਂ ਕੋਈ ਸ਼ਨੀ ਦਾ ਦੋਸ਼ ਕਹਿ ਲਓ, ਜਾਂ ਰਾਹੂ ਕੇਤੂ ਦਾ ਕਿਸੇ ਵੀ ਪ੍ਰਕਾਰ ਦਾ। ਸਾਧ ਸੰਗਤ ਜੀ, ਇਹ ਸਾਰੇ ਜਿਹੜੇ ਦੋਸ਼ ਨੇ ਇਹ ਗੁਰਬਾਣੀ ਦਾ ਜਦੋਂ ਤੁਸੀਂ ਜਾਪ ਕਰੋਗੇ ਤਾਂ ਸਾਰੇ ਨਿਵਰਤ ਹੋ ਜਾਣਗੇ। ਹੁਣ ਕਈ ਵੀਰ ਤੇ ਭੈਣਾਂ ਪੁੱਛਦੇ ਹੋ, ਕਹਿੰਦੇ ਬਾਬਾ ਜੀ ਇਹ ਕੇਵਲ ਗੁਰਬਾਣੀ ਸਿੱਖਾਂ ਵਾਸਤੇ ਹੀ ਹੈ। ਅਤੇ ਨਹੀਂ ਸਾਧ ਸੰਗਤ ਜੀ, ਜਿਵੇਂ ਕਿ ਕੋਈ ਦਵਾਈ ਤਿਆਰ ਕਰਦਾ ਵੈਦ, ਜਾਂ ਕੋਈ ਲੀੜਾ ਕੱਪੜਾ ਤਿਆਰ ਕਰਦਾ, ਅਤੇ ਉਹ ਇਹ ਨਹੀਂ ਤਿਆਰ ਕੀਤਾ ਜਾਂਦਾ ਵੀ ਇਹ ਕੇਵਲ ਹਿੰਦੂ ਹੀ ਪਾਊਗਾ ਜਾਂ ਮੁਸਲਮਾਨ ਪਾਊਗਾ, ਜਾਂ ਕੋਈ ਸਿੱਖ ਇਸਾਈ ਜੈਨੀ ਬੋਧੀ ਹੋਰ ਨਹੀਂ ਪਾ ਸਕਦਾ। ਐਸਾ ਕੋਈ ਵਿਧਾਨ ਨਹੀਂ ਹੁੰਦਾ। ਇਹ ਜਿਹੜੀ ਗੁਰਬਾਣੀ ਆ ਜਾਂ ਜਿਹੜੇ ਮੰਤਰ ਨੇ, ਇਹ ਜਿਹੜੇ ਗੁਰੂ ਪੀਰ ਨੇ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ, ਉਹ ਕਹਿੰਦੇ ਕਹੋ ਕਬੀਰ ਇਹ ਪੂੰਗਰਾ ਰਾਮ ਅੱਲੇ ਕਾ ਸਭ ਗੁਰ ਪੀਰ ਹਮਾਰੇ। ਇਸ ਗੁਰੂ ਪੀਰ ਸਭ ਦੇ ਸਾਂਝੇ ਹੁੰਦੇ ਆ, ਅਤੇ ਗੁਰਬਾਣੀ ਵੀ ਸਭ ਦੀ ਸਾਂਝੀ ਹੈ। ਸੋ ਇਹਨੂੰ ਕੋਈ ਵੀ ਪੜ੍ਹ ਸਕਦਾ, ਅਤੇ ਕੋਈ ਵੀ ਜਿਹੜਾ ਇਹ ਸਾਧ ਸੰਗਤ ਜੀ ਫਾਇਦਾ ਉਠਾ ਸਕਦਾ। ਮਹਾਰਾਜ ਕਥਨ ਕਰਦੇ ਆ ਕਿ ਇਹ ਭਾਈ ਸਰਬ ਰੋਗ ਕਾ ਔਖਦ ਨਾਮ, ਕਿ ਜਿੰਨੇ ਵੀ ਜਿਹੜੇ ਰੋਗ ਨੇ ਉਹ ਸਾਰਿਆਂ ਦਾ ਇਲਾਜ ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਕਿ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ, ਇਸ ਨੇ ਹੀ ਉਧਾਰ ਕਰਨਾ। ਜਿਹੜਾ ਵੀ ਬੰਦਾ ਪਰਮਾਤਮਾ ਦਾ ਨਾਮ ਸਿਮਰਨ ਕਰੂਗਾ ਸਾਧ ਸੰਗਤ ਜੀ, ਉਸ ਦਾ ਹੀ ਭਲਾ ਹੋਏਗਾ, ਉਹਦਾ ਹੀ ਉਧਾਰ ਹੋਵੇਗਾ। ਸੋ ਇਸ ਵਾਸਤੇ ਜਿਹੜੇ ਇਹ ਸੁੱਖ ਨੇ ਇਹ ਫਿਰ ਸਾਨੂੰ ਜਿਹੜੇ ਸਾਰੇ ਆ ਕਰਕੇ ਪ੍ਰਾਪਤ ਹੋਣਗੇ। ਪਹਿਲਾ ਸੁੱਖ ਕੀ ਹੈ? ਪਹਿਲਾ ਸੁੱਖ ਨਿਰੋਗੀ ਕਾਇਆ, ਦੂਜਾ ਸੁੱਖ ਘਰ ਵਿੱਚ ਮਾਇਆ, ਤੀਜਾ ਸੁੱਖ ਕੁਲਵੰਤੀ ਨਾਰ, ਚੌਥਾ ਸੁੱਖ ਔਲਾਦ ਆਗਿਆਕਾਰ। ਇਸੇ ਤਰ੍ਹਾਂ ਪੰਜਵਾਂ ਸੁੱਖ ਜਿਹੜਾ ਕੀ ਹੈ? ਸਵਦੇਸ਼ ਵਿੱਚ ਵਾਸਾ। ਛੇਵਾਂ ਸੁੱਖ ਰਾਜ ਹੋਏ ਪਾਸਾ। ਸੱਤਵਾਂ ਸੁੱਖ ਸੰਤੋਖੀ ਜੀਵਨ, ਐਸਾ ਹੋ ਜਾਏ ਤਾਂ ਹੋ ਜਾਏ ਧਨ ਧਨ ਜੀਵਨ। ਇਹ ਸਾਰੇ ਸੁੱਖ ਸਾਧ ਸੰਗਤ ਮਹਾਰਾਜ ਕਥਨ ਕਰਦੇ, ਜੋ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ। ਪਰ ਸਾਡੀ ਹਾਲਤ ਕੀ ਹੈ? ਕਾਮ ਪਰੇ ਹਰ ਸਿਮਰੀਏ, ਐਸਾ ਸਿਮਰੋ ਨਿਤ। ਅਸੀਂ ਜਦੋਂ ਕੰਮ ਪੈਂਦਾ, ਜਦੋਂ ਸਾਨੂੰ ਲੋੜ ਪੈਂਦੀ, ਫਿਰ ਅਸੀਂ ਉਦੋਂ ਹੀ ਨਾਮ ਜਪਦੇ, ਉਦੋਂ ਹੀ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਜਦੋਂ ਸਾਨੂੰ ਦੁੱਖ ਘੇਰ ਲੈਂਦੇ ਆ। ਅਤੇ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਨਾਮ ਪੈ। ਇਹ ਜਿਹੜਾ ਦੁੱਖ ਪਰਮਾਤਮਾ ਇਸੇ ਵਾਸਤੇ ਦੁੱਖ ਦੀ ਚੋਟ ਸਾਨੂੰ ਲਾਉਂਦਾ ਕਿ ਅਸੀਂ ਜਾਗ ਜਾਈਏ, ਸੰਭਲ ਜਾਈਏ, ਅਸੀਂ ਮਾੜੇ ਕਰਮਾਂ ਤੋਂ ਤੌਬਾ ਕਰ ਲਈਏ। ਕਈ ਤਾਂ ਜਿਹੜੇ ਐਸੇ ਨੇ ਜੀਵ, ਉਹ ਆਪਣੇ ਗੁਨਾਹ ਕੀਤੇ ਪਾਪ ਨੂੰ ਵੀ ਨਹੀਂ ਮੰਨਦੇ। ਉਹ ਕਹਿੰਦੇ ਅਸੀਂ ਤਾਂ ਕੀਤਾ ਹੀ ਨਹੀਂ ਮਾੜਾ ਕੰਮ। ਉਹ ਭਾਈ ਜੇ ਨਹੀਂ ਕੀਤਾ ਤਾਂ ਫਿਰ ਸਜ਼ਾ ਕਿਉਂ ਮਿਲੀ ਹੈ? ਸਜ਼ਾ ਤਾਂ ਹੀ ਮਿਲਦੀ ਹੈ ਨਾ ਜਦੋਂ ਕੋਈ ਗਲਤ ਕੰਮ ਕਰਦਾ। ਹੁਣ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਵੀ ਜਿਹੜੇ ਹੈ ਅਸੀਂ ਵੇਖਦੇ ਹਾਂ ਕਿ ਨਿਯਮ ਬਣਾਏ, ਕੋਈ ਬੰਦਾ ਗਲਤ ਕੰਮ ਕਰਦਾ ਫਿਰ ਉਹਦੀਆਂ ਸਜ਼ਾਵਾਂ ਨੇ। ਉਹ ਸਾਨੂੰ ਵਕੀਲ ਦੱਸਦੇ ਵੀ ਭਾਈ ਤੂੰ ਆਹ ਕਰਮ ਕੀਤਾ, ਤੇਰੇ 'ਤੇ ਆਹ ਪਰਚਾ ਕੱਟਿਆ ਗਿਆ, ਆਹ ਕਾਨੂੰਨ। ਇਸੇ ਤਰ੍ਹਾਂ ਪਰਮਾਤਮਾ ਵੀ ਸਾਨੂੰ ਵੇਖ ਰਿਹਾ, ਉਹ ਵੀ ਸਾਨੂੰ ਸੁਣ ਰਿਹਾ ਵੀ ਅਸੀਂ ਕੀ ਕਰ ਰਹੇ ਕੀ ਨਹੀਂ ਕਰ ਰਹੇ, ਕਿਉਂਕਿ ਉਹ ਸਭ ਕੁਝ ਜਾਣਦਾ। ਅਤੇ ਜਦੋਂ ਬੰਦਾ ਗਲਤ ਕੰਮ ਕਰਦਾ ਤਾਂ ਉਹ ਵੀ ਵੇਖ ਲੈਂਦਾ। ਜਿਵੇਂ ਸਮਾਜ ਦੇ ਵਿੱਚ ਕੋਈ ਬੰਦਾ ਗਲਤ ਕੰਮ ਕਰਦਾ, ਉੱਤੇ ਪਰਚਾ ਕੱਟਿਆ ਜਾਂਦਾ, ਫਿਰ ਕੇਸ ਚੱਲਦਾ, ਫਿਰ ਜਾ ਕੇ ਸਜ਼ਾ ਹੁੰਦੀ ਕੋਈ ਸਮਾਂ ਪਾ ਕੇ। ਇਸੇ ਤਰ੍ਹਾਂ ਜਦੋਂ ਬੰਦਾ ਜੀਵ ਮਾੜੇ ਕੰਮ ਕਰਦਾ ਹੈ, ਪਰਚਾ ਉਹਦੇ 'ਤੇ ਵੀ ਗੁਪਤ ਰੂਪ ਦੇ ਵਿੱਚ ਉਦੋਂ ਹੀ ਕੱਟਿਆ ਜਾਂਦਾ, ਪਰ ਉਹਦੀ ਸਜ਼ਾ ਜਿਹੜੀ ਹੈ ਕੁਝ ਸਮਾਂ ਪਾ ਕੇ ਪਰਮਾਤਮਾ ਦਿੰਦਾ। ਸੋ ਸਜ਼ਾ ਸਭ ਨੂੰ ਮਿਲਦੀ ਭਾਈ। ਸੋ ਇਸ ਵਾਸਤੇ ਚੰਗੇ ਕਰਮ ਕਰੋ, ਨਾਮ ਜਪੋ, ਕਿਸੇ ਦਾ ਮਾੜਾ ਨਾ ਸੋਚੋ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਅਤੇ ਇਸ ਵਾਸਤੇ ਸਭ ਦਾ ਭਲਾ ਮੰਗੋ। ਗੁਰਬਾਣੀ ਤਾਂ ਸਾਨੂੰ ਇਹੋ ਹੀ ਸਿਖਾਉਂਦੀ ਹੈ ਗੁਰਮਤਿ ਕੇ ਭਾਈ ਸਭ ਦਾ ਭਲਾ ਮੰਗੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਜਦੋਂ ਅਸੀਂ ਸਾਰਿਆਂ ਦਾ ਭਲਾ ਮੰਗਾਂਗੇ ਤਾਂ ਸਾਡਾ ਵੀ ਭਲਾ ਜ਼ਰੂਰ ਹੋਵੇਗਾ। ਸੋ ਹੁਣ ਗੱਲ ਕਰਾਂਗੇ ਕਿ ਇਸ ਦਾ ਜਾਪ ਕਿੰਨਾ ਕਰਨਾ। ਸੋ ਸਾਧ ਸੰਗਤ ਜੀ, ਇਸ ਦਾ ਇਹਨਾਂ ਸ਼ਬਦਾਂ ਦਾ ਜਿਹੜਾ ਜਾਪ ਹੈ ਉਹ ਸਾਨੂੰ ਜਿਹੜਾ ਹਰ ਰੋਜ਼ ਘੱਟੋ ਘੱਟ 2.5 ਘੰਟੇ ਸਿਮਰਨ ਕਹਿ ਲਓ, ਕੋਈ ਸਵਾ ਮਹੀਨਾ ਕਰੀਏ, ਜਾਂ ਕਹਿ ਲਓ ਵੀ 1.25 ਲੱਖ ਜਿਹੜਾ ਜਾਪ ਹੈ ਇਹਨਾਂ ਸ਼ਬਦਾਂ ਦਾ ਅਸੀਂ ਕਰਨਾ ਹੈ। ਉਹ 1.25 ਲੱਖ ਜਦੋਂ ਜਾਪ ਕਰਾਂਗੇ ਤਾਂ ਫਿਰ ਜਿਹੜਾ ਹੈ ਉਹ ਸਾਡੇ ਇਹ ਸਾਰੇ ਦੋਸ਼ ਜਿਹੜੇ ਹਨ ਉਹ ਦੂਰ ਹੋ ਜਾਣਗੇ। ਸੋ ਹਰ ਰੋਜ਼ ਤੁਸੀਂ ਇਸ਼ਨਾਨ ਕਰਕੇ ਇਹਦਾ ਜਿਹੜਾ ਜਾਪ ਕਰ ਸਕਦੇ। ਹੁਣ ਗੱਲ ਕਰਾਂਗੇ ਜਿਹੜੇ ਕਹਿੰਦੇ ਆ ਕਿ ਅਸੀਂ ਜਾਪ ਗੁਰਬਾਣੀ ਅਸੀਂ ਪੜ੍ਹ ਨਹੀਂ ਸਕਦੇ, ਜਾਂ ਸਾਨੂੰ ਗੁਰਬਾਣੀ ਅਸੀਂ ਪੜ੍ਹਨੀ ਨਹੀਂ ਆਉਂਦੀ, ਤਾਂ ਉਹ ਫਿਰ ਉਹ ਕੀ ਕਰਨ। ਸੋ ਸਾਧ ਸੰਗਤ, ਜੇਕਰ ਉਹ ਜਾਪ ਕਰ ਨਹੀਂ ਸਕਦੇ ਤਾਂ ਫਿਰ ਅੱਜ ਕੱਲ੍ਹ ਨੈੱਟ ਦਾ ਜ਼ਮਾਨਾ, ਅਸੀਂ YouTube ਤੋਂ ਇਹ ਸ਼ਬਦ ਜਿਹੜੇ ਅਸੀਂ ਸਰਵਣ ਵੀ ਕਰ ਸਕਦੇ ਹਾਂ। ਉਹਨਾਂ ਦੀ ਵੀਡੀਓ ਮਿਲ ਜਾਂਦੀ ਆ। ਉਹ ਵਾਰ-ਵਾਰ ਜਿੰਨੀ ਵਾਰ ਅਸੀਂ ਜਾਪ ਕਰਨਾ ਉਨੀ ਵਾਰ ਇਹ ਜਾਪ ਅਸੀਂ ਸਰਵਣ ਵੀ ਕਰਕੇ ਜਿਹੜਾ ਹੈ ਉਹ ਅਸੀਂ ਫਾਇਦਾ ਉਠਾ ਸਕਦੇ ਹਾਂ, ਅਤੇ ਗੁਰਬਾਣੀ ਸਾਡਾ ਭਲਾ ਕਰੇਗੀ।
ਸੋ ਸਾਧ ਸੰਗਤ ਜੀ, ਬੇਨਤੀ ਹੈ ਕਿ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਨੂੰ ਦਾ ਉਚਾਰਨ ਕਰੋ ਜਾਂ ਸ਼ਰਵਣ ਕਰੋ। ਇੱਕ ਹੀ ਗੱਲ ਆ, ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਨ ਹਤੂਰੇ। ਜਿਹੜਾ ਵੀ ਮਹਾਰਾਜ ਕਥਨ ਕਰਦੇ, ਜਿਨੀ ਤੁਧ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਜਿਹੜਾ ਵੀ ਸ਼ਰਧਾ ਭਾਵਨਾ ਰੱਖ ਕੇ ਸਾਧ ਸੰਗਤ ਜਾਪ ਕਰੂਗਾ ਜਾਂ ਸੁਣੂਗਾ, ਉਹਨਾਂ ਸਭ ਜੀਵਾਂ ਦਾ ਉਧਾਰ ਹੋਏਗਾ। ਉਮੀਦ ਹੈ ਕਿ ਤੁਹਾਨੂੰ ਜਿਹੜੀ ਇਹ ਵੀਡੀਓ ਪਸੰਦ ਆਵੇਗੀ, ਚੰਗੀ ਲੱਗੇਗੀ। ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ, ਤਾਂ ਜੋ ਹੋਰ ਵੀ ਕਿਸੇ ਦਾ ਭਲਾ ਹੋ ਸਕੇ। ਅਤੇ ਬਾਕੀ ਜੇ ਕੋਈ ਵਿਚਾਰ ਰਹਿ ਵੀ ਗਈ ਤਾਂ ਆਪ ਜੀ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਲੀ ਵੀਡੀਓ ਦੇ ਵਿੱਚ ਜਿਹੜੀ ਹੈ ਉਹ ਵਿਚਾਰ ਐਡ ਕਰ ਦਿੱਤੀ ਜਾਵੇਗੀ। ਸੋ ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹਨਾਂ ਨੂੰ ਬੇਨਤੀ ਹੈ ਕਿ ਭਾਈ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਜੋ ਆਉਣ ਵਾਲੀ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ। ਸੋ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਨਵੇਂ ਵਿਸ਼ੇ ਦੇ ਨਾਲ। ਸੋ ਸਾਰੇ ਗੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।